ਹੈਲੋ ਸਟੂਡੈਂਟ ਸੀ ਲੈਂਗੁਏਜ ਦੇ ਵਿੱਚ ਸਾਡਾ ਅੱਜ ਦਾ ਟੌਪਿਕ ਹੈ ਸਟਰਕਚਰ ਇਨ ਸੀ। ਇਹ ਸਟਰਕਚਰ ਕੀ ਹੁੰਦਾ ਸੀ ਦੇ ਵਿੱਚ ਐਰੇ ਅਲੋ ਯੂ ਟੂ ਡਿਫਾਈਨ ਅ ਟਾਈਪ ਆਫ ਵੇਰੀਏਬਲ ਦੈਟ ਕੈਨ ਹੋਲਡ ਸੈਵਰਲ ਡਾਟਾ ਆਈਟਮ ਆਫ ਸੇਮ ਕਾਈਂਡ। ਅਸੀਂ ਐਰੇ ਕਰਕੇ ਹਟੇ ਹਾਂ ਪਹਿਲਾਂ, ਜਿਹਦੇ ਵਿੱਚ ਕਿ ਅਸੀਂ ਕਾਫੀ ਸਾਰੀਆਂ ਵੈਲਿਊਜ਼ ਜਿਹੜੀਆਂ ਸੀ ਉਹ ਲੈ ਸਕਦੇ ਸੀਗੇ, ਬਟ ਉਹ ਸੇਮ ਡਾਟਾ ਟਾਈਪ ਦੀਆਂ ਹੀ ਹੋਣੀਆਂ ਚਾਹੀਦੀਆਂ ਸੀ। ਮੀਨਸ ਕਿ ਜੇਕਰ ਅਸੀਂ ਐਰੇ ਇੰਟ ਸਾਈਜ਼ ਦਾ ਡਿਕਲੇਅਰ ਕੀਤਾ ਤੇ ਉਹਦਾ ਸਾਈਜ਼ ਦਿੱਤਾ ਸੀ 100, ਦੈਟ ਮੀਨਸ ਉਹ 100 ਵੈਲਿਊ ਸਟੋਰ ਕਰੂ, ਬਟ 100 ਦੀਆਂ 100 ਇੰਟੀਜ਼ਰ ਹੀ ਹੋਣੀਆਂ ਚਾਹੀਦੀਆਂ ਸੀ। ਪਰ ਜੇਕਰ ਸਾਡੇ ਕੋਲ ਕੁਝ ਇਹੋ ਜਿਹਾ ਰਿਕਾਰਡ ਹੈ, ਜਿਵੇਂ ਅਸੀਂ ਇੱਕ ਬੁੱਕ ਦਾ ਰਿਕਾਰਡ ਸਟੋਰ ਕਰਵਾਉਣਾ ਚਾਹੁੰਦੇ ਹਾਂ, ਤਾਂ ਇੱਕ ਬੁੱਕ ਦੇ ਰਿਕਾਰਡ ਲਈ ਸਾਨੂੰ ਬੁੱਕ ਦਾ ਟਾਈਟਲ, ਬੁੱਕ ਦਾ ਆਥਰ, ਸਬਜੈਕਟ, ਆਈਡੀ, ਇਹ ਸਭ ਕੁਝ ਲਾਉਣਾ। ਸਪੋਜ਼ ਕਰੋ ਕਾਸਟ ਵੀ ਅਸੀਂ ਸਟੋਰ ਕਰਵਾ ਰਹੇ ਹਾਂ, ਤਾਂ ਹੁਣ ਜਿਹੜਾ ਟਾਈਟਲ ਹੈ ਉਹ ਨੰਬਰ ਦੇ ਵਿੱਚ ਹੋ ਸਕਦਾ ਜਾਂ ਅਲਫਾਬੈਟਸ। ਆਥਰ ਜਿਹੜਾ ਹੈ ਉਹ ਅਲਫਾਬੈਟਿਕ ਹੋਊਗਾ, ਮਤਲਬ ਕਰੈਕਟਰ ਦੇ ਵਿੱਚ ਜਾਂ ਸਟ੍ਰਿੰਗ ਦੇ ਵਿੱਚ ਅਸੀਂ ਸਟੋਰ ਕਰਵਾਵਾਂਗੇ। ਜਿਹੜੀ ਕਾਸਟ ਹੈ ਉਹ ਫਲੋਟ ਦੇ ਵਿੱਚ ਹੋਊਗੀ, ਠੀਕ ਹੈ। ਇਸ ਕਰਕੇ ਸਾਨੂੰ ਜਿਹੜੀ ਇੱਕ ਬੁੱਕ ਦੀ ਹੀ ਇਨਫੋਰਮੇਸ਼ਨ ਸਟੋਰ ਕਰਵਾਉਣ ਦੇ ਲਈ ਜਾਂ ਤਾਂ ਇੱਕ ਮੈਥਡ ਹੈ ਕਿ ਅਲੱਗ-ਅਲੱਗ ਐਰੇ ਲਓ, ਇੰਟੀਜ਼ਰ ਦਾ, ਫਲੋਟ ਦਾ, ਕਿਉਂਕਿ ਇੱਕ ਬੁੱਕ ਦੀ ਇਨਫੋਰਮੇਸ਼ਨ ਸਟੋਰ ਕਰਵਾਉਣ ਦੇ ਲਈ ਕੁਛ ਇਹੋ ਜਿਹੇ ਡਾਟਾ ਟਾਈਪ ਵੇਰੀਏਬਲਸ ਨੇ ਜਿਹੜੇ ਇੰਟ ਹੋਣਗੇ, ਕੁਛ ਫਲੋਟ, ਕੁਛ ਕੈਰ। ਤਾਂ ਉੱਥੇ ਜਾ ਕੇ ਜਿੱਥੇ ਸਾਨੂੰ ਕਾਫੀ ਸਾਰੀਆਂ ਵੈਲਿਊ ਸਟੋਰ ਕਰਵਾਉਣੀਆਂ ਬਟ ਆਫ ਅ ਡਿਫਰੈਂਟ ਕਾਈਂਡ, ਅਲੱਗ-ਅਲੱਗ ਕਾਈਂਡ ਦੀਆਂ ਅਸੀਂ ਸਟੋਰ ਕਰਵਾਉਣਾ ਚਾਹੁੰਦੇ ਹਾਂ, ਉਦੋਂ ਅਸੀਂ ਯੂਜ਼ ਕਰਦੇ ਹਾਂਗੇ ਸਟਰਕਚਰ ਨੂੰ। ਤਾਂ ਸਟਰਕਚਰ ਇੱਕ ਯੂਜ਼ਰ ਡਿਫਾਈਨਡ ਡਾਟਾ ਟਾਈਪ ਹੈਗੀ ਸੀ ਦੇ ਵਿੱਚ, ਜਿਹੜੇ ਕਿ ਇੱਕ ਇਹੋ ਜਿਹੇ ਡਾਟਾ ਟਾਈਪ ਕ੍ਰੀਏਟ ਕਰਦੀ ਜਿਸ 'ਚ ਅਸੀਂ ਕਾਫੀ ਸਾਰੇ ਆਈਟਮਸ ਨੂੰ ਗਰੁੱਪ ਕਰ ਸਕਦੇ ਹੈਗੇ। ਡਿਫਰੈਂਟ ਡਾਟਾ ਆਈਟਮਸ ਨੂੰ, ਮਤਲਬ ਅਲੱਗ-ਅਲੱਗ ਡਾਟਾ ਟਾਈਪ ਦੇ ਐਲੀਮੈਂਟਸ ਨੂੰ ਅਸੀਂ ਸਟੋਰ ਕਰਵਾ ਸਕਦੇ ਹਾਂ। ਨੈਕਸਟ, ਡਿਫਾਈਨਿੰਗ ਅ ਸਟਰਕਚਰ। ਸਟਰਕਚਰ ਕਿਵੇਂ ਡਿਫਾਈਨ ਕਰਦੇ ਹੋ ਸੀ ਲੈਂਗੁਏਜ ਦੇ ਵਿੱਚ? ਤਾਂ ਸੀ ਲੈਂਗੁਏਜ ਦਾ ਸਟਰਕਚਰ ਡਿਫਾਈਨ ਕਰਨ ਦੇ ਲਈ ਤੁਸੀਂ ਸਟਰਕਟ ਕੀਵਰਡ ਯੂਜ਼ ਕਰੋਗੇ। ਇਸ ਦਾ ਮੈਥਡ ਹੈ, ਤੁਸੀਂ ਲਿਖੋ ਸਟਰਕਟ, ਸਟਰਕਚਰ ਦਾ ਟੈਗ, ਯਾਨੀ ਕਿ ਤੁਸੀਂ ਕੋਈ ਨੇਮ ਦੇ ਦਿਓ ਸਟਰਕਚਰ ਦਾ, ਜਿਹੜਾ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ। ਸਟਰਕਟ ਕੀਵਰਡ ਤੋਂ ਬਾਅਦ ਤੁਸੀਂ ਉਹਦਾ ਕੋਈ ਵੀ ਇੱਕ ਨੇਮ ਦਿਓ, ਜਿਵੇਂ ਆਪਾਂ ਲਿਖਿਆ ਸਟਰਕਟ ਬੁੱਕਸ। ਕਰਲੀ ਬ੍ਰੇਸਿਸ ਦੇ ਵਿੱਚ ਉਹਦੇ ਸਾਰੇ ਮੈਂਬਰਸ ਲਓ। ਮੈਂਬਰਸ ਮਤਲਬ ਜਿੰਨੇ ਵੀ ਤੁਸੀਂ ਵੇਰੀਏਬਲ ਡਿਕਲੇਅਰ ਕਰਨਾ ਚਾਹੁੰਦੇ ਹੋ। ਜਿਵੇਂ ਅਸੀਂ ਇੱਕ ਕੈਰ ਦਾ ਐਰੇ ਲੈ ਲਿਆ, ਸੈਕਿੰਡ ਵੀ ਕੈਰ ਐਰੇ, ਥਰਡ ਕੈਰ ਐਰੇ, ਫੋਰਥ ਤੁਸੀਂ ਇੰਟੀਜ਼ਰ ਲਈ, ਇੱਕ ਬੁੱਕ ਆਈਡੀ ਦੇ ਲਈ। ਇੱਦਾਂ ਕਰਕੇ ਤੁਸੀਂ ਕੋਈ ਵੀ ਜਿੰਨੇ ਵੀ ਮੈਂਬਰ ਤੁਸੀਂ ਲੈਣਾ ਚਾਹੁੰਦੇ ਹੋ, ਮਤਲਬ ਉਹਦੇ ਐਲੀਮੈਂਟਸ ਲੈਣਾ ਚਾਹੁੰਦੇ ਹੋ, ਉਹ ਤੁਸੀਂ ਲੈ ਸਕਦੇ ਹੋ। ਲੈਣ ਤੋਂ ਬਾਅਦ ਕਰਲੀ ਬ੍ਰੇਸਿਸ ਤੋਂ ਬਾਅਦ ਤੁਸੀਂ ਸੈਮੀਕੋਲਨ ਪਾ ਕੇ ਬੰਦ ਕਰ ਸਕਦੇ ਹੋ, ਜਾਂ ਇੱਥੇ ਹੀ ਇਹਦਾ ਇੱਕ ਵੇਰੀਏਬਲ ਬਣਾ ਸਕਦੇ ਹੋ। ਫਿਲਹਾਲ ਤੁਸੀਂ ਇਸ ਵੇਰੀਏਬਲ ਨੂੰ ਇਗਨੋਰ ਕਰੋ, ਇਸ ਦੇ ਬਾਰੇ ਮੈਂ ਅੱਗੇ ਜਾ ਕੇ ਤੁਹਾਨੂੰ ਬੋਲਦੀ ਹਾਂਗੀ। ਤਾਂ ਹੁਣ ਤੱਕ ਅਸੀਂ ਕੀ ਸਿੱਖਿਆ ਕਿ ਸਟਰਕਚਰ ਬਣਾਉਣ ਦੇ ਲਈ ਤੁਸੀਂ ਸਟਰਕਟ ਕੀਵਰਡ ਲਗਾਓ, ਉਹਦਾ ਨੇਮ ਦਿਓ, ਉਹਦੇ ਮੈਂਬਰਸ ਦਿਓ ਕਰਲੀ ਬ੍ਰੇਸਿਸ ਦੇ ਵਿੱਚ, ਜਿੰਨੇ ਵੀ ਅਸੀਂ ਡਿਕਲੇਅਰ ਕਰਨੇ ਆ ਸੈਮੀਕੋਲਨ ਪਾ ਕੇ ਤੁਸੀਂ ਉਹਦੇ ਮੈਂਬਰਸ ਦਿਓ। ਅਤੇ ਉਸ ਤੋਂ ਬਾਅਦ ਲਾਸਟ 'ਤੇ ਸੈਮੀਕੋਲਨ, ਜਾਂ ਤੁਸੀਂ ਉਹਦਾ ਇੱਕ ਵੇਰੀਏਬਲ ਵੀ ਡਿਕਲੇਅਰ ਕਰ ਸਕਦੇ ਹੋਗੇ। ਇਸ ਵੇਰੀਏਬਲ ਦੇ ਕੰਮ ਬਾਰੇ ਅਸੀਂ ਬਾਅਦ ਦੇ ਵਿੱਚ ਅੱਗੇ ਪੜ੍ਹਾਂਗੇ। ਤਾਂ ਸਟਰਕਟ ਟੈਗ ਆਪਸ਼ਨਲ ਹੈ, ਤੁਸੀਂ ਇਹਦੇ ਵਿੱਚ ਕਾਫੀ ਸਾਰੇ ਮੈਂਬਰਸ ਡਿਕਲੇਅਰ ਕਰ ਸਕਦੇ ਹੋ, ਇੰਟ, ਫਲੋਟ, ਕੈਰ, ਕਿਸੇ ਵੀ ਡਾਟਾ ਟਾਈਪ ਦੇ। ਐਟ ਦ ਐਂਡ ਆਫ ਦ structure definition before the final semicolon you can define one or more structure variables but it is a optional। ਜਿਹੜੇ ਤੁਹਾਨੂੰ ਮੈਂ ਇੱਥੇ ਬੁੱਕ ਕਿਹਾ ਸੀ ਕਿ ਤੁਸੀਂ ਕਰਲੀ ਬ੍ਰੇਸਿਸ ਤੋਂ ਬਾਅਦ ਤੇ ਸੈਮੀਕੋਲਨ ਤੋਂ ਪਹਿਲਾਂ ਇੱਕ ਸਟਰਕਚਰ ਵੇਰੀਏਬਲ ਬਣਾ ਸਕਦੇ ਹੋ। ਇਹਦੇ ਅੰਦਰ ਜਿਹੜੇ ਹੈਗੇ ਸੀ ਉਹਨਾਂ ਨੂੰ ਮੈਂਬਰ ਬੋਲਦੇ ਆ। ਇੱਥੇ ਤੁਸੀਂ ਇੱਕ ਸਟਰਕਚਰ ਵੇਰੀਏਬਲ ਬਣਾਓ, ਆਪਣੇ ਕੋਲ ਕੋਈ ਵੀ ਇੱਕ ਨਾਮ ਦਿੰਦੇ ਆ, ਬਟ ਇਹ ਦੇਣਾ ਜਾਂ ਨਾ ਦੇਣਾ ਆਪਸ਼ਨਲ ਹੈ। ਇਸ ਦਾ ਕੰਮ ਅਸੀਂ ਅੱਗੇ ਜਾ ਕੇ ਕਰਦੇ ਹਾਂ। ਹੁਣ ਨੈਕਸਟ, ਕ੍ਰੀਏਟ ਸਟਰਕਟ ਵੇਰੀਏਬਲ। ਸਟਰਕਟ ਦੀ ਜਿਹੜੀ ਵੇਰੀਏਬਲ, ਜਿਹੜਾ ਤੁਹਾਨੂੰ ਮੈਂ ਕਿਹਾ ਸੀ ਪਿੱਛੇ, ਉਹਦਾ ਕੀ ਕੰਮ ਹੈ? ਤਾਂ ਜਦੋਂ ਅਸੀਂ ਸਟਰਕਚਰ ਜਿਹੜਾ ਹੈ ਡਿਕਲੇਅਰ ਕਰਦੇ ਹੈਗੇ, ਉਦੋਂ ਉਹਨੂੰ ਕੋਈ ਵੀ ਮੈਮਰੀ ਐਲੋਕੇਟ ਨਹੀਂ ਹੋਈ ਹੁੰਦੀ। ਅਸੀਂ ਜਦੋਂ ਸਟਰਕਚਰ ਡਿਕਲੇਅਰ ਕੀਤਾ ਬੈਕ ਐਗਜ਼ਾਮਪਲ ਦੇ ਵਿੱਚ, ਉਹਨੂੰ ਕੋਈ ਮੈਮਰੀ ਨਹੀਂ ਐਲੋਕੇਟ ਹੋਈ। ਉਹਨੂੰ ਮੈਮਰੀ ਐਲੋਕੇਟ ਕਰਵਾਉਣ ਦੇ ਲਈ ਸਾਨੂੰ ਉਹਦੇ ਵੇਰੀਏਬਲ ਕ੍ਰੀਏਟ ਕਰਨੇ ਪੈਂਦੇ ਨੇ। ਅਤੇ ਉਹ ਵੇਰੀਏਬਲ ਜਿਹੜੇ ਹੈਗੇ ਨੇ ਕ੍ਰੀਏਟ ਕਰਨ ਦੇ ਦੋ ਮੈਥਡਸ ਨੇ। ਤੁਸੀਂ ਕਿਸੇ ਦੋ ਮੈਥਡ ਨਾਲ ਵੇਰੀਏਬਲ ਡਿਕਲੇਅਰ ਕਰੋ। ਫਸਟ, ਜਿੱਥੇ ਤੁਸੀਂ ਸਟਰਕਚਰ ਕੀਵਰਡ ਮੇਨ ਦੇ ਵਿੱਚ ਲਾ ਕੇ ਵੀ ਕਰ ਸਕਦੇ ਹੋਗੇ, ਜਾਂ ਤੁਸੀਂ ਜਿੱਥੇ ਸਟਰਕਚਰ ਬਣਾ ਰਹੇ ਹੋ ਉੱਥੇ ਹੀ ਬਣਾ ਸਕਦੇ ਹੋਗੇ। ਹੁਣ ਦੇਖਦੇ ਸੀ ਦੋਨੋਂ ਮੈਥਡਸ। ਫਸਟ ਮੈਥਡ ਤੁਹਾਡਾ ਹੈ ਕਿ ਜਿੱਥੇ ਤੁਸੀਂ ਸਟਰਕਚਰ ਕ੍ਰੀਏਟ ਕਰ ਰਹੇ ਹੋਗੇ ਉਸਦੇ ਹੀ ਸੈਮੀਕੋਲਨ ਤੋਂ ਪਹਿਲਾਂ ਵੇਰੀਏਬਲ 1, 2 ਜਿੰਨੇ ਵੀ ਤੁਸੀਂ ਸਟਰਕਚਰ ਵੇਰੀਏਬਲ ਬਣਾਉਣਾ ਚਾਹੁੰਦੇ ਹੋ ਉਹ ਬਣਾ ਸਕਦੇ ਹੋ। ਜਾਂ ਸੈਕਿੰਡ ਮੈਥਡ ਹੈ ਕਿ ਤੁਸੀਂ ਸੈਮੀਕੋਲਨ ਪਾ ਕੇ ਉਹਨੂੰ ਬੰਦ ਕਰ ਦਿਓ, ਬਟ ਮੇਨ ਦੇ ਵਿੱਚ ਆ ਕੇ ਦੁਬਾਰਾ ਤੋਂ ਤੁਹਾਡੇ ਸਟਰਕਚਰ ਦਾ ਨਾਮ, ਦੈਨ ਤੁਸੀਂ ਉਹਦੇ ਵੇਰੀਏਬਲਸ ਜਿਹੜੇ ਨੇ ਉਹ ਕ੍ਰੀਏਟ ਕਰ ਸਕਦੇ ਹੋ।
ਵਿਚ ਅਪਰੋਚ ਇਜ਼ ਗੁੱਡ, ਦੋਨਾਂ ਮੈਥਡਸ ਦੇ ਵਿੱਚੋਂ ਫਸਟ ਤੇ ਸੈਕਿੰਡ ਮੈਥਡ, ਯਾਨੀ ਕਿ ਇੱਕ ਤਾਂ ਜਿੱਥੇ ਸਟਰਕਚਰ ਡਿਕਲੇਅਰ ਕੀਤਾ ਉੱਥੇ ਹੀ ਵੇਰੀਏਬਲ ਡਿਕਲੇਅਰ ਕਰੋ, ਜਾਂ ਸੈਕਿੰਡ ਮੇਨ ਦੇ ਵਿੱਚ ਆ ਕੇ ਡਿਕਲੇਅਰ ਕਰੋ। ਦੋਨਾਂ ਦੇ ਵਿੱਚੋਂ ਬੈਸਟ ਮੈਥਡ ਕਿਹੜਾ ਹੈਗਾ? ਇਫ ਦ ਨੰਬਰ ਆਫ ਵੇਰੀਏਬਲਸ ਆਰ ਨਾਟ ਫਿਕਸਡ, ਜੇ ਵੇਰੀਏਬਲਸ ਦਾ ਜਿਹੜਾ ਨੰਬਰਿੰਗ ਆ ਉਹ ਫਿਕਸ ਨਹੀਂ ਹੈ ਤਾਂ ਤੁਸੀਂ ਸੈਕਿੰਡ ਅਪਰੋਚ ਯੂਜ਼ ਕਰ ਸਕਦੇ ਹੋਗੇ, ਕਿਉਂਕਿ ਇਹ 'ਚ ਫਲੈਕਸੀਬਿਲਿਟੀ ਹੈ, ਤੁਸੀਂ ਘੱਟ ਵੱਧ ਕਰ ਸਕਦੇ ਹੋ। ਇਫ ਦ ਨੰਬਰ ਆਫ ਵੇਰੀਏਬਲਸ ਆਰ ਫਿਕਸ, ਜੇ ਤੁਹਾਡੇ ਵੇਰੀਏਬਲਸ ਫਿਕਸ ਹੀ ਨੇ ਤੁਹਾਨੂੰ ਪਤਾ, ਫਿਰ ਤੁਸੀਂ ਇੱਥੇ ਹੀ ਜਿਹੜੇ ਵੇਰੀਏਬਲਸ ਨੇ ਫਸਟ ਮੈਥਡ ਦੇ ਵਿੱਚ ਉਹ ਡਿਫਾਈਨ ਕਰਵਾ ਸਕਦੇ ਹੋ। ਤਾਂ ਹੁਣ ਤੱਕ ਅਸੀਂ ਕੀ ਸਿੱਖਿਆ ਕਿ ਤੁਸੀਂ ਸਟਰਕਟ ਕੀਵਰਡ ਪਾ ਕੇ ਉਹਦਾ ਕੋਈ ਇੱਕ ਨਾਮ ਦਿਓ, ਕਰਲੀ ਬ੍ਰੇਸਿਸ ਦੇ ਵਿੱਚ ਉਹਦੇ ਮੈਂਬਰਸ ਲੈ ਲਓ, ਜਿਹੜੀ ਵੀ ਤੁਸੀਂ ਇਨਫੋਰਮੇਸ਼ਨ ਸਟੋਰ ਕਰਵਾਉਣੀ ਹੈ ਉਸ ਰਿਗਾਰਡਿੰਗ ਮੈਂਬਰਸ ਲਓ। ਉਸ ਤੋਂ ਬਾਅਦ ਉਹਦੀ ਕਰਲੀ ਬ੍ਰੇਸ ਤੋਂ ਬਾਅਦ ਤੁਸੀਂ ਉਹਦੇ ਵੇਰੀਏਬਲ ਡਿਕਲੇਅਰ ਕਰ ਸਕਦੇ ਹੋ ਸੈਮੀਕੋਲਨ ਪਾ ਕੇ। ਇਹਨਾਂ ਵੇਰੀਏਬਲ ਦਾ ਕੰਮ ਅਸੀਂ ਅੱਗੇ ਜਾ ਕੇ ਕਰਾਂਗੇ, ਜਾਂ ਤੁਸੀਂ ਇਹਨੂੰ ਮੇਨ ਦੇ ਵਿੱਚ ਡਿਕਲੇਅਰ ਕਰ ਸਕਦੇ ਹੋ। ਹਾਊ ਟੂ ਇਨੀਸ਼ੀਅਲਾਈਜ਼ ਸਟਰਕਟ ਮੈਂਬਰਸ, ਸਟਰਕਟ ਦੇ ਮੈਂਬਰਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਅਸੀਂ ਇਨੀਸ਼ੀਅਲਾਈਜ਼ ਕਿਵੇਂ ਕਰਵਾ ਸਕਦੇ ਹਾਂ? ਸਟਰਕਟ ਦੇ ਮੈਂਬਰ ਇਨੀਸ਼ੀਅਲਾਈਜ਼ ਕਰਵਾਉਣਾ ਮਤਲਬ ਜਿਹੜੇ ਸਟਰਕਚਰ ਜਿਹਦੇ ਵਿੱਚ ਅਸੀਂ ਮੈਂਬਰਸ ਲਏ ਹੈ, ਜਿਵੇਂ ਪਿੱਛੇ ਅਸੀਂ ਲਿਆ ਸੀ ਬੁੱਕ ਆਈਡੀ, ਇੱਦਾਂ ਕਰਕੇ ਉਹਨਾਂ ਮੈਂਬਰਸ ਨੂੰ ਇਨੀਸ਼ੀਅਲਾਈਜ਼ ਤੁਸੀਂ ਕਿੱਦਾਂ ਕਰਵਾਓਗੇ? ਸਟਰਕਟ ਮੈਂਬਰਸ ਕੈਨ ਨੋਟ ਬੀ ਇਨੀਸ਼ੀਅਲਾਈਜ਼ਡ ਵਿਦ ਡੈਕਲੇਰੇਸ਼ਨ, ਤੁਸੀਂ ਡੈਕਲੇਰੇਸ਼ਨ ਦੇ ਸਮੇਂ ਜਿੱਥੇ ਸਟਰਕਚਰ ਡਿਕਲੇਅਰ ਕਰ ਰਹੇ ਹੋ ਉੱਥੇ ਇਨੀਸ਼ੀਅਲਾਈਜੇਸ਼ਨ ਨਹੀਂ ਕਰਵਾ ਸਕਦੇ, ਤੁਸੀਂ ਉੱਥੇ ਵੈਲਿਊ ਨਹੀਂ ਦੇ ਸਕਦੇ, ਉਹ ਗਲਤ ਹੈ, ਐਰਰ ਆਉਂਦੀ ਹੈ। ਇਸ ਦੇ ਨਾਲੋਂ ਬੈਟਰ ਕੀ ਹੈ? ਸਟਰਕਟ ਮੈਂਬਰਸ ਕੈਨ ਬੀ ਇਨੀਸ਼ੀਅਲਾਈਜ਼ਡ ਯੂਜ਼ਿੰਗ ਕਰਲੀ ਬ੍ਰੇਸਿਸ, ਮੇਨ ਦੇ ਵਿੱਚ ਤੁਸੀਂ ਕਰਲੀ ਬ੍ਰੇਸਿਸ ਪਾ ਕੇ ਉਹਨੂੰ ਵੈਲਿਊ ਦੇ ਸਕਦੇ ਹੋ। ਜਿਵੇਂ ਅਸੀਂ ਉੱਪਰ ਵੇਰੀਏਬਲ ਲਿਆ ਐਕਸ ਤੇ ਵਾਈ, ਅਤੇ ਨੀਚੇ ਜਿੱਥੇ ਤੁਸੀਂ ਸਟਰਕਚਰ ਦਾ ਵੇਰੀਏਬਲ ਬਣਾ ਰਹੇ ਹੋ P1, ਉੱਥੇ ਵੀ ਉਹਨੂੰ ਕਰਲੀ ਬ੍ਰੇਸਿਸ ਪਾ ਕੇ ਤੁਸੀਂ ਵੈਲਿਊਜ਼ ਦੇ ਸਕਦੇ ਹੋ। 0 ਵੈਲਿਊ ਜਾਊਗੀ ਤੁਹਾਡੇ ਐਕਸ ਵੇਰੀਏਬਲ ਨੂੰ, ਅਤੇ 1 ਵੈਲਿਊ ਜਾਊਗੀ ਤੁਹਾਡੇ ਵਾਈ ਵੇਰੀਏਬਲ ਨੂੰ। ਐਕਸੈਸਿੰਗ ਸਟਰਕਚਰ ਮੈਂਬਰਸ, ਸਟਰਕਚਰ ਦੇ ਮੈਂਬਰਸ ਨੂੰ ਜਿਵੇਂ ਆਈਡੀ ਹੈ, ਏਜ ਹੈ, ਤੁਸੀਂ ਐਕਸੈਸ ਕਿਵੇਂ ਕਰ ਸਕਦੇ ਹੋ? ਹੁਣ ਆਪਣਾ ਮੇਨ ਟੌਪਿਕ ਹੁੰਦਾ ਐਕਸੈਸ ਕਰਨ ਦੇ ਲਈ, ਮਤਲਬ ਆਹ ਜਿਹੜੀਆਂ ਦੋ ਵੈਲਿਊਜ਼ ਨੇ ਇਹਨਾਂ ਨੂੰ ਤੁਸੀਂ ਮੇਨ ਦੇ ਵਿੱਚ ਪ੍ਰਿੰਟ ਕਰਵਾਉਣਾ ਜਾਂ ਇਹਨਾਂ ਨੂੰ ਕੋਈ ਵੈਲਿਊ ਦੇਣੀ ਹੈ, ਤਾਂ ਤੁਸੀਂ ਕਿਸ ਮੈਥਡ ਨਾਲ ਇਸ ਕੰਮ ਨੂੰ ਕਰੋਗੇ? ਉਹਦੇ ਲਈ ਤੁਸੀਂ ਕੀ ਕਰ ਸਕਦੇ ਹੋਗੇ? ਐਕਸੈਸਿੰਗ ਸਟਰਕਚਰ ਮੈਂਬਰ ਦੇ ਲਈ ਤੁਸੀਂ ਡਾਟ ਆਪਰੇਟਰ ਯੂਜ਼ ਕਰੋ ਮੈਂਬਰਸ ਨੂੰ ਐਕਸੈਸ ਕਰਨ ਦੇ ਲਈ, ਕਿਉਂਕਿ ਮੇਨ ਦੇ ਵਿੱਚੋਂ ਅਸੀਂ ਇਹਨਾਂ ਮੈਂਬਰਸ ਨੂੰ ਡਾਇਰੈਕਟ ਐਕਸੈਸ ਨਹੀਂ ਕਰ ਸਕਦੇ। ਡਾਇਰੈਕਟ ਐਕਸੈਸ ਮਤਲਬ ਜਿਵੇਂ ਆਈਡੀ ਏਜ ਤੁਸੀਂ ਇੱਕ ਸਟਰਕਚਰ ਦੇ ਵਿੱਚ ਵੇਰੀਏਬਲ ਮੈਂਬਰ ਬਣਾਏ ਹੋਏ ਨੇ, ਤਾਂ ਤੁਸੀਂ ਮੇਨ ਦੇ ਵਿੱਚ ਡਾਇਰੈਕਟ ਉਹਨਾਂ ਨੂੰ ਕਹੋ ਕਿ ਆਈਡੀ ਦੀ ਵੈਲਿਊ ਹੋ ਜੇ 10, ਜਾਂ ਤੁਸੀਂ ਕਹੋ ਪ੍ਰਿੰਟ ਕਰ ਦੇ %d ਦੇ ਨਾਲ ਆਈਡੀ ਦੀ ਵੈਲਿਊ, ਤਾਂ ਉਹ ਗਲਤ ਹੈ, ਕਿਉਂਕਿ ਮੇਨ ਦੇ ਵਿੱਚੋਂ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਨਾ ਤਾਂ ਤੁਹਾਨੂੰ ਉੱਥੇ ਇਹਦਾ ਵੇਰੀਏਬਲ ਯੂਜ਼ ਕਰਨਾ ਪੈਂਦਾ। ਹੁਣ ਤੁਹਾਡੇ ਧਿਆਨ 'ਚ ਹੋਵੇ ਕਿ ਜਦੋਂ ਤੁਹਾਨੂੰ ਮੈਂ ਵੇਰੀਏਬਲ ਬਣਾਉਣ ਲਈ ਕਿਹਾ ਸੀ, ਦੱਸਿਆ ਸੀ ਕਿ ਆਪਾਂ ਵੇਰੀਏਬਲ ਦਾ ਜਿਹੜਾ ਕੰਮ ਹੈ ਉਹ ਅੱਗੇ ਜਾ ਕੇ ਕਰਦੇ ਹਾਂ, ਤਾਂ ਉਹ ਕੀ ਹੈ? ਹੁਣ ਤੁਹਾਡਾ ਇਹਨਾਂ ਵੇਰੀਏਬਲਸ ਨੂੰ ਤੁਸੀਂ ਯੂਜ਼ ਕਰੋਗੇ ਜਿਹੜਾ ਤੁਸੀਂ ਨੀਚੇ ਇਹਨਾਂ ਮੈਂਬਰਸ ਨੂੰ ਤੁਸੀਂ ਯੂਜ਼ ਕਰੋਗੇ ਜਿਹੜਾ ਤੁਸੀਂ ਨੀਚੇ ਵੇਰੀਏਬਲ ਡਿਕਲੇਅਰ ਕਰਦੇ ਹੋ ਸਟਰਕਚਰ ਟਾਈਪ ਦਾ, ਉਹਦੀ ਹੈਲਪ ਨਾਲ ਡਾਟ ਪਾ ਕੇ। ਕਲੀਅਰ ਹੈ? ਅਸੀਂ ਉੱਪਰ ਇੱਕ ਸਟਰਕਚਰ ਬਣਾਇਆ, ਹੁਣ ਐਗਜ਼ਾਮਪਲ ਕਲੀਅਰਲੀ ਸਮਝਣੀ ਹੈ ਪੁੱਤ, ਪੂਰਾ ਸਟਰਕਚਰ ਇਹਦੇ ਨਾਲ ਸਮਝ ਆਉਂਦਾ। ਇੱਕ ਸਟਰਕਚਰ ਬਣਾਇਆ ਸਟੂਡੈਂਟ, ਜਿਹਦੇ ਵਿੱਚ 2 ਮੈਂਬਰ ਲੈ ਲਏ ਇੰਟੀਜ਼ਰ ਆਈਡੀ ਤੇ ਏਜ, ਸਟਰਕਚਰ ਬੰਦ ਹੋ ਗਿਆ। ਮੇਨ ਦੇ ਵਿੱਚ ਆ ਕੇ ਅਸੀਂ ਸਟਰਕਚਰ ਦਾ ਇੱਕ ਵੇਰੀਏਬਲ ਬਣਾ ਲਿਆ, ਸਟਰਕਟ ਸਟੂਡੈਂਟ, ਜਿਹੜਾ ਇਹਦਾ ਨਾਮ ਸੀ ਸਟੂ, ਠੀਕ ਹੈ, ਯਾਨੀ ਕਿ ਸਟੂ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰ ਸਕਦੇ ਹਾਂ ਉੱਪਰ। ਤਾਂ ਅਸੀਂ ਕੀ ਲਿਖਾਂਗੇ? ਸਟੂ ਡਾਟ ਆਈਡੀ, ਇੱਥੇ ਬੇਟਾ ਅੰਡਰਸਕੋਰ ਨਾ ਪਾਇਓ, ਬਾਈ ਮਿਸਟੇਕ ਮੇਰੇ ਤੋਂ ਹੀ ਪੈ ਗਿਆ। ਤੁਸੀਂ ਲਿਖੋਗੇ ਸਟੂ ਡਾਟ ਆਈਡੀ ਇਕੁਅਲ ਟੂ ਪਾ ਕੇ ਉਹਨੂੰ ਵੈਲਿਊ ਦਿੱਤੀ। ਫਿਰ ਇੱਦਾਂ ਹੀ ਜੇ ਤੁਸੀਂ ਏਜ ਨੂੰ ਵੈਲਿਊ ਦੇਣਾ ਚਾਹੁੰਦੇ ਤਾਂ ਤੁਸੀਂ ਲਿਖੋਗੇ ਸਟੂ ਡਾਟ ਏਜ ਇਕੁਅਲਸ ਟੂ ਪਾ ਕੇ ਉਸ ਨੂੰ ਵੈਲਿਊ ਦੇ ਸਕਦੇ ਹੋ। ਨੈਕਸਟ ਉਹਨਾਂ ਨੂੰ ਪ੍ਰਿੰਟ ਕਰਵਾਉਣ ਦਾ ਬਾਕੀ ਮੈਥਡ ਸਾਰਾ ਸੇਮ ਹੈ, ਬਟ ਜਸਟ ਤੁਸੀਂ ਡਾਇਰੈਕਟ ਨਾਮ ਨਹੀਂ ਯੂਜ਼ ਕਰਨਾ, ਜਦੋਂ ਵੀ ਨਾਮ ਯੂਜ਼ ਕਰੋਗੇ ਅੱਗੇ ਸਟੂ ਡਾਟ ਪਾ ਕੇ। ਕਲੀਅਰ? ਬਸ ਇਹੀ ਮੇਨ ਡਿਫਰੈਂਸ ਹੈ, ਬਾਕੀ ਸਾਰਾ ਪ੍ਰੋਗਰਾਮ ਜਿਵੇਂ ਤੁਸੀਂ ਨਾਰਮਲ ਕਰਦੇ ਰਹੇ ਹੋ ਉਨਾ ਕੁ ਹੀ ਹੈ। ਨੈਕਸਟ ਆਉਂਦਾ ਤੁਹਾਡਾ ਐਨ ਐਰੇ ਆਫ ਸਟਰਕਚਰਸ ਦਾ ਤੁਸੀਂ ਐਰੇ ਕਿੱਦਾਂ ਕ੍ਰੀਏਟ ਕਰ ਸਕਦੇ ਹੋਗੇ? ਬਾਕੀ ਡਾਟਾ ਟਾਈਪਸ ਵਾਂਗੂ ਸਟਰਕਚਰ ਦੇ ਵੀ ਤੁਸੀਂ ਐਰੇ ਕ੍ਰੀਏਟ ਕਰ ਸਕਦੇ ਹੋਗੇ। ਮੀਨਸ ਕਿ ਜਿਵੇਂ ਅਸੀਂ ਇੱਥੇ ਐਰੇ ਲੈ ਸਕਦੇ, ਸਿੰਪਲ ਨਾਰਮਲ ਐਰੇ ਲੈਂਦੇ ਹਾਂ, ਉੱਦਾਂ ਹੀ ਜੇ ਤੁਸੀਂ ਸਟਰਕਚਰ ਵੇਰੀਏਬਲ ਬਣਾ ਰਹੇ ਹੁੰਦੇ ਹੋ ਨਾ, ਨੀਚੇ ਕਿਸੇ ਸਟਰਕਟ ਪੁਆਇੰਟ ਦਾ ਇੱਕ ਵੇਰੀਏਬਲ ਬਣਾਇਆ ਲੈ, ਇੱਥੇ P1, P2, P3, ਇੰਨੇ ਤੁਸੀਂ ਕਿੰਨੇ ਕੁ ਜਿਹੜੇ ਵੇਰੀਏਬਲਸ ਆ ਬਣਾਉਂਦੇ ਰਹੋਗੇ। ਇਸ ਤੋਂ ਬੈਟਰ ਹੈ ਕਿ ਤੁਸੀਂ ਸਟਰਕਚਰ ਵੇਰੀਏਬਲਸ ਦਾ ਵੀ ਇੱਕ ਐਰੇ ਕ੍ਰੀਏਟ ਕਰ ਲਓ। ਤਾਂ ਉਹਦਾ ਮੈਥਡ ਕੀ ਹੈ? ਤੁਸੀਂ ਲਿਖੋਗੇ ਸਟਰਕਟ, ਤੁਹਾਡੇ ਸਟਰਕਚਰ ਦਾ ਨਾਮ, ਐਰੇ ਬਣਾ ਲਓ 10, ਯਾਨੀ ਕਿ ਉਹਨੇ ਸਟਰਕਟ ਵੇਰੀਏਬਲ ਦੇ 10 ਵੇਰੀਏਬਲਸ ਬਣਾ ਲਏ।
ਤਾਂ ਤੁਸੀਂ ਇੱਦਾਂ ਕਰਕੇ ਇਹਨਾਂ ਨੂੰ ਵੈਲਿਊਜ਼ ਦੇ ਕੇ ਇਹਨਾਂ ਨੂੰ ਪ੍ਰਿੰਟ ਵੀ ਕਰਵਾ ਸਕਦੇ ਹੋ। ਆਪਾਂ ਸਿਰਫ 0 ਪੋਜੀਸ਼ਨ ਵਾਲੇ ਪ੍ਰਿੰਟ ਕਰਵਾ ਕੇ ਦਿਖਾਏ ਨੇ, ਤੁਸੀਂ 1 2 3 4 ਕਿੰਨੇ ਵੀ ਪ੍ਰਿੰਟ ਕਰਕੇ ਦੇਖ ਸਕਦੇ ਹੋ। ਇੱਕ ਵਾਰ ਪ੍ਰੋਪਰ ਐਕਸਪਲੇਨ ਕਰਾਂ ਮੈਂ ਤੁਹਾਨੂੰ ਕਿ ਅਸੀਂ ਕੀ ਕਰਦੇ ਸੀ ਪੁੱਤ ਪਿਛਲੀ ਐਗਜ਼ਾਮਪਲ ਦੇ ਵਿੱਚ। ਇੱਥੇ ਸਟਰਕਟ ਦਾ ਇੱਕ ਵੇਰੀਏਬਲ ਬਣਾ ਲੈਂਦੇ ਸੀਗੇ P1 P2, ਫਿਰ ਅਸੀਂ P1 ਦੀ x ਨੂੰ ਵੈਲਿਊ ਦੇ ਸਕਦੇ ਹਾਂ, ਕੋਈ ਵੀ 10 ਦੇਤੀ, P2 ਦੀ x ਨੂੰ ਵੈਲਿਊ ਦੇਤੀ ਸਪੋਜ਼ ਕਰੋ 20, ਇੱਦਾਂ ਇਹਨਾਂ ਨੂੰ ਪ੍ਰਿੰਟ ਕਰਕੇ ਦਿਖਾਤਾ। ਬਟ P1 P2 ਕਰਕੇ ਤੁਸੀਂ ਕਿੰਨੇ ਕੁ ਲਓਗੇ? ਸਪੋਜ਼ ਤੁਹਾਨੂੰ ਕੋਈ 100 ਬੁੱਕਸ ਦਾ ਰਿਕਾਰਡ ਤੁਸੀਂ ਸਟੋਰ ਕਰਵਾਉਣਾ ਜਾਂ 100 ਸਟੂਡੈਂਟਸ ਦਾ ਰਿਕਾਰਡ ਸਟੋਰ ਕਰਵਾਉਣਾ, ਤਾਂ ਕੀ ਤੁਸੀਂ S1 S2 S3 ਕਰਕੇ ਇੰਨੇ ਵੇਰੀਏਬਲ ਡਿਕਲੇਅਰ ਕਰੋਗੇ? ਤਾਂ ਓਬਵੀਅਸਲੀ ਦੈਟ ਇਜ਼ ਨਾਟ ਅ ਪੋਸੀਬਲ। ਤਾਂ ਉਹਦੇ ਲਈ ਅਸੀਂ ਕੀ ਕਰਦੇ ਹਾਂ, ਸਟਰਕਚਰ ਵੇਰੀਏਬਲ ਦਾ ਐਰੇ ਬਣਾ ਲੈਂਦੇ ਹਾਂ, ਅਤੇ ਉਸ ਐਰੇ ਨਾਲ ਅਸੀਂ ਵੈਲਿਊਜ਼ ਨੂੰ ਐਕਸੈਸ ਕਰਵਾ ਸਕਦੇ ਹਾਂ। ਜਿੱਦਾਂ ਕਿ ਬੈਕ ਵਾਲੀ ਐਗਜ਼ਾਮਪਲ ਦੇ ਵਿੱਚ ਮੈਂ ਇੱਕ ਹੀ ਬਣਾਇਆ ਸੀ ਸਟੂ। ਇੱਕ ਸਟੂ ਤੁਸੀਂ ਨਹੀਂ ਬਣਾਉਣਾ, 2 ਚਾਹੀਦੇ ਸੀ, ਤੁਸੀਂ ਸਟੂ 1 ਸਟੂ 2 ਬਣਾ ਲਓਗੇ। ਬਟ ਜੇ 100 ਚਾਹੀਦੇ ਤਾਂ ਕਰਕੇ ਅਸੀਂ ਉੱਥੇ ਅੱਗੇ ਐਰੇ ਯੂਜ਼ ਕਰਦੇ ਹਾਂ। ਨੈਕਸਟ, ਵਟ ਇਜ਼ ਸਟਰਕਚਰ ਪੁਆਇੰਟਰ। ਹੁਣ ਸਟਰਕਚਰ ਪੁਆਇੰਟਰ ਕੀ ਹੈ? ਜਦੋਂ ਅਸੀਂ ਐਰੇ ਨੂੰ ਐਕਸੈਸ ਕਰਨ ਦਾ ਜਿਹੜਾ ਮੈਥਡ ਹੈ ਉਹ ਕਰਦੇ ਹਾਂ, ਤਾਂ ਇਹਦੇ 'ਚ 2 ਮੈਥਡਸ ਆਉਂਦੇ ਆ ਪੁੱਤਰ। ਇੱਕ ਤਾਂ ਤੁਸੀਂ ਡਾਟ ਆਪਰੇਟਰ ਨਾਲ ਵੀ ਐਰੇ ਦੀਆਂ ਇਹਨਾਂ ਮੈਂਬਰਸ ਨੂੰ ਐਕਸੈਸ ਕਰ ਸਕਦੇ ਹੋ, ਉਹਦੀ ਵੇਰੀਏਬਲ ਦੇ ਨਾਲ ਡਾਟ ਪਾ ਕੇ, ਜਾਂ ਫਿਰ ਹੁਣ ਅਸੀਂ ਦੂਸਰਾ ਮੈਥਡ ਕਰਦੇ ਹੈਗੇ ਸਟਰਕਚਰ ਪੁਆਇੰਟਰ। ਸਟਰਕਚਰ ਪੁਆਇੰਟਰਸ ਦੇ ਨਾਲ ਵੀ ਤੁਸੀਂ ਇਹਨਾਂ ਵੈਲਿਊਜ਼ ਨੂੰ ਐਕਸੈਸ ਕਰਵਾ ਸਕਦੇ ਹੋ। ਇਹ ਸੈਕਿੰਡ ਮੈਥਡ ਵੀ ਐਕਸੈਸ ਦਾ, ਜਾਂ ਤੁਹਾਨੂੰ ਅਲੱਗ ਤੋਂ ਵੀ ਟੌਪਿਕ ਆ ਸਕਦਾ ਸਟਰਕਚਰ ਅਤੇ ਪੁਆਇੰਟਰ ਦਾ। ਕਰੋਗੇ ਕਿਵੇਂ? ਤੁਸੀਂ ਇੱਕ ਪੁਆਇੰਟਰ ਡਿਕਲੇਅਰ ਕਰਨਾ। ਪੁਆਇੰਟਰ ਕਿੱਦਾਂ ਡਿਕਲੇਅਰ ਕਰਦੇ ਆ? ਪੁਆਇੰਟਰਸ ਕੀ ਹੁੰਦੇ? ਜਿਹੜੀ ਕਿਸੇ ਚੀਜ਼ ਦਾ ਐਡਰੈਸ ਸਟੋਰ ਕਰਵਾ ਸਕਦੇ ਹੈਗੇ। ਐਡਰੈਸ ਸਟੋਰ ਕਰਵਾਉਂਦੇ ਹੈਗੇ ਤਾਂ ਤੁਸੀਂ ਇੱਕ ਸਟਰਕਚਰ ਬਣਾ ਲਓ ਕਿਸੇ ਵੀ ਨਾਮ ਦਾ। ਸਪੋਜ਼ ਕਰੋ ਅਸੀਂ ਪੁਆਇੰਟ ਨਾਮ ਦਾ ਇੱਕ ਸਟਰਕਚਰ ਬਣਾਇਆ ਜਿਸ 'ਚ 2 ਮੈਂਬਰ ਆ x ਅਤੇ y। ਤੁਹਾਡਾ ਸਟਰਕਚਰ ਖਤਮ ਹੋ ਗਿਆ। ਮੇਨ ਦੇ ਵਿੱਚ ਆ ਕੇ ਅਸੀਂ ਉਹਦਾ ਇੱਕ ਵੇਰੀਏਬਲ ਬਣਾਇਆ P1, ਅਤੇ ਅਸੀਂ P1 ਡੋਟ x ਕਰਕੇ ਵੈਲਿਊ 1 ਜਾਂ P1 ਡੋਟ x ਕਰਕੇ ਵੈਲਿਊ 2 ਦੇਣ ਦੀ ਜਗ੍ਹਾ 'ਤੇ ਇਕੱਠੀ ਹੀ ਵੈਲਿਊ ਦੇਤੀ ਕਰਲੀ ਬ੍ਰੇਸਿਸ ਦੇ ਵਿੱਚ, ਜਿਹੜਾ ਕਿ ਸਹੀ ਤਰੀਕਾ ਹੈਗਾ। ਉਸ ਤੋਂ ਬਾਅਦ ਅਸੀਂ ਇੱਕ ਹੋਰ ਵੇਰੀਏਬਲ ਬਣਾਇਆ, ਬਟ ਉਹ ਪੁਆਇੰਟਰ ਟਾਈਪ ਦਾ ਬਣਾਇਆ। ਠੀਕ ਹੈ, ਪੁਆਇੰਟਰ ਬਣਾਉਣ ਦੇ ਲਈ ਅਸੀਂ ਅੱਗੇ ਉਹਦੇ ਸਟਾਰ ਪਾਉਣੀ ਹੈਗੇ, ਅਤੇ P1 ਦਾ ਐਡਰੈਸ ਇਹਦੇ 'ਚ ਸਟੋਰ ਕਰਵਾਤਾ। ਕਲੀਅਰ ਹੈ? ਤਾਂ ਫਿਰ ਜਦੋਂ ਅਸੀਂ ਪ੍ਰਿੰਟ ਕਰਵਾਵਾਂਗੇ ਅਸੀਂ ਕੀ ਕਰਾਂਗੇ, P2 ਦੇ ਨਾਲ ਡਾਟ ਪਾ ਕੇ x ਨੂੰ ਪ੍ਰਿੰਟ ਨਹੀਂ ਕਰਵਾਉਂਦੇ, ਕਿਉਂਕਿ ਜਿਹੜਾ ਸਾਡਾ P2 ਹੈ ਉਹ ਤਾਂ ਇੱਕ ਪੁਆਇੰਟਰ ਹੈ, ਅਤੇ ਪੁਆਇੰਟਰ ਲਈ ਹਮੇਸ਼ਾ ਤੁਸੀਂ ਸਿੰਬਲ ਪਾਓਗੇ P2 ਇੱਦਾਂ ਕਰਕੇ ਪਾ ਕੇ। ਠੀਕ ਹੈ, ਆਹ ਸਿੰਬਲ ਪਾਉਣ ਤੋਂ ਬਾਅਦ ਤੁਸੀਂ ਦਿਓਗੇ x, ਤਾਂ ਉਹ ਉਹਨੂੰ ਵੈਲਿਊਜ਼ ਨੂੰ ਪ੍ਰਿੰਟ ਕਰਕੇ ਦਿਖਾ ਦੂਗਾ। ਦੁਬਾਰਾ ਐਕਸਪਲੇਨ ਕਰਾਂ ਤਾਂ 2 ਮੈਥਡ ਹੋ ਗਏ। ਇੱਕ ਤਾਂ ਨਾਰਮਲ ਵੇਰੀਏਬਲ ਨਾਲ ਤਾਂ ਤੁਸੀਂ ਡਾਟ ਪਾ ਕੇ ਹੀ ਚੀਜ਼ ਨੂੰ ਯੂਜ਼ ਕਰ ਸਕਦੇ ਹੋ, ਪ੍ਰਿੰਟ ਕਰਵਾ ਸਕਦੇ ਹੋ, ਜਾਂ ਤੁਸੀਂ ਇੱਕ ਪੁਆਇੰਟਰ ਟਾਈਪ ਵੀ ਬਣਾ ਸਕਦੇ ਹੋ, ਜਿਵੇਂ ਕਿ ਪੁਆਇੰਟਰ ਬਣਾ ਕੇ ਅਸੀਂ P1 ਦਾ ਐਡਰੈਸ ਦਿੱਤਾ, ਉਹੀ ਵੈਲਿਊਜ਼ ਹੁਣ ਇਹ ਰੈਫਰ ਕਰੂਗਾ। ਤਾਂ ਤੁਸੀਂ ਜਦੋਂ ਪੁਆਇੰਟਰ ਨਾਲ ਪ੍ਰਿੰਟ ਕਰਵਾ ਰਹੇ ਹੋ ਉਦੋਂ ਇੱਦਾਂ ਐਰੋ ਪਾ ਕੇ ਤੁਸੀਂ ਵੈਲਿਊਜ਼ ਨੂੰ ਪ੍ਰਿੰਟ ਕਰਵਾ ਸਕਦੇ ਹੋਗੇ। ਤਾਂ 2 ਮੈਥਡ ਹੋ ਗਏ ਹੁਣ ਸਾਡੇ ਐਕਸੈਸ ਕਰਨ ਦੇ ਮੈਂਬਰਸ ਨੂੰ। ਨੈਕਸਟ ਸਾਡਾ ਟੌਪਿਕ ਹੈ ਨੈਸਟਡ ਸਟਰਕਚਰ। ਨੈਸਟਡ ਸਟਰਕਚਰਸ ਕੀ ਹੁੰਦੇ ਨੇ? ਤੁਸੀਂ ਸਟਰਕਚਰ ਦੇ ਵਿੱਚ ਸਟਰਕਚਰ ਵੀ ਕ੍ਰੀਏਟ ਕਰ ਸਕਦੇ ਹੋ, ਜਿਸ ਨੂੰ ਕਿ ਅਸੀਂ ਨੈਸਟਡ ਸਟਰਕਚਰ ਬੋਲਦੇ ਹਾਂ। ਜਿੱਦਾਂ ਐਗਜ਼ਾਮਪਲ ਦੇ ਵਿੱਚ ਅਸੀਂ ਇੱਕ ਸਟਰਕਚਰ ਬਣਾਇਆ ਕੰਪਲੈਕਸ ਨਾਮ ਦਾ, ਜਿਹਦੇ ਵਿੱਚ ਕਿ 2 ਵੇਰੀਏਬਲਸ ਨੇ। ਉਸ ਤੋਂ ਬਾਅਦ ਇੱਕ ਹੋਰ ਸਟਰਕਚਰ ਬਣਾਇਆ ਨੰਬਰ ਨਾਮ ਦਾ, ਯਾਨੀ ਕਿ ਇਸ ਸਟਰਕਚਰ ਦਾ ਜਿਹੜਾ ਵੇਰੀਏਬਲ ਅਸੀਂ ਮੇਨ ਦੇ ਵਿੱਚ ਕ੍ਰੀਏਟ ਕਰਦੇ ਹਾਂ ਉਹ ਅਸੀਂ ਇੱਥੇ ਕ੍ਰੀਏਟ ਹੋ ਗਿਆ। ਕਲੀਅਰ ਹੈ? ਉਹ ਇੱਥੇ ਕ੍ਰੀਏਟ ਹੋ ਗਿਆ, ਤਾਂ ਕਰਕੇ ਅਸੀਂ ਇਸ ਨੂੰ ਨੈਸਟਡ ਸਟਰਕਚਰ ਬੋਲਦੇ ਹਾਂ। ਇਸ ਨੇ ਖੁਦ ਦੇ ਵੀ ਕੋਈ ਮੈਂਬਰ ਬਣਾਇਆ, ਅਤੇ ਉਸ ਤੋਂ ਬਾਅਦ ਇਹਨੇ 2 ਵੇਰੀਏਬਲ ਕ੍ਰੀਏਟ ਕਰ ਲਏ ਆਪਣੇ। ਧਿਆਨ ਨਾਲ ਦੇਖੋ ਪੁੱਤਰ, ਆਹ ਇੱਕ ਸਟਰਕਚਰ ਕੰਪਲੈਕਸ ਹੈ, ਇਹਦਾ ਵੇਰੀਏਬਲ ਹੋ ਗਿਆ ਕੰਪ। ਆਹ ਇੱਕ ਸਟਰਕਚਰ ਨੰਬਰ ਹੈ ਜਿਹਦੇ ਕਿ 2 ਵੇਰੀਏਬਲ ਬਣਾ ਲਏ, num1 ਅਤੇ num2। num1 num2 2 ਅਸੀਂ ਕ੍ਰੀਏਟ ਕੀਤੇ। ਹੁਣ ਸਪੋਜ਼ ਕਰੋ ਕਹਿੰਦੇ ਸੀ ਇਮੇਜ ਜਿਹੜਾ ਸਾਡਾ ਇੱਕ ਮੈਂਬਰ ਹੈ ਉਹਨੂੰ ਐਕਸੈਸ ਕਰਨਾ ਚਾਹੁੰਦੇ ਹੈਗੇ, ਤਾਂ ਯੂ ਵਾਂਟ ਟੂ ਸੈਟ ਇਮੇਜ ਆਫ num2 ਵੇਰੀਏਬਲ ਟੂ 11। ਤੁਸੀਂ num2 ਦਾ ਜਿਹੜਾ ਮੰਨ ਲਓ ਇਮੇਜ ਦੀ ਜਿਹੜੀ ਵੈਲਿਊ ਉਹ 11 ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕੀ ਕਰੋਗੇ? ਕਿਉਂਕਿ ਇਹਦੇ ਵਿੱਚ ਨੈਸਟਡ ਹੈ, ਕੌਣ ਨੈਸਟਡ ਹੈ? ਕੰਪਲੈਕਸ ਦਾ ਵੇਰੀਏਬਲ ਇਹਦੇ ਵਿੱਚ ਬਣਿਆ ਹੋਇਆ, ਯਾਨੀ ਕਿ ਤੁਸੀਂ ਕੰਪਲੈਕਸ ਦੇ ਮੈਂਬਰ ਕੰਪ ਨਾਲ ਵੈਸੇ ਤਾਂ ਅਸੀਂ IMG ਨੂੰ ਐਕਸੈਸ ਕਰ ਸਕਦੇ ਸੀ, ਅਤੇ ਇਕੁਅਲ ਟੂ ਪਾ ਕੇ ਇਹਨੂੰ ਵੈਲਿਊ ਦੇ ਸਕਦੇ ਸੀ 11। ਬਟ ਹੁਣ ਕੰਪ ਤਾਂ ਖੁਦ ਕਿਹਦੇ ਵਿੱਚ ਹੈਗਾ? ਨੰਬਰ ਦੇ ਵਿੱਚ। ਤਾਂ ਤੁਹਾਨੂੰ ਨੰਬਰ ਦਾ ਵੇਰੀਏਬਲ ਯੂਜ਼ ਕਰਨਾ ਪਊ, num1 ਜਾਂ num2 ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ। ਤਾਂ ਅਸੀਂ ਲਿਖਾਂਗੇ ਸਪੋਜ਼ num2 ਡੋਟ, ਤਾਂ ਯਾਨੀ ਕਿ ਜਿਹਦੇ ਵਿੱਚ ਨੈਸਟਡ ਹੈ ਤੁਹਾਨੂੰ ਪਹਿਲਾਂ ਉਹਦੀ ਰੈਫਰੈਂਸ ਦੇਣੀ ਪਊਗੀ। ਪਹਿਲਾਂ ਤੁਸੀਂ ਇਹਦੀ ਰੈਫਰੈਂਸ ਦਿਓਗੇ, ਤੁਸੀਂ ਲਿਖਿਆ num2,
ਇਹਦੇ ਵਿੱਚ ਕੌਣ ਹੈ ਕੰਪ, ਉਹਦੇ ਵਿੱਚ ਅੱਗੇ ਮੈਂਬਰ ਕਿਹੜਾ ਹੈਗਾ ਇਮੇਜ ਇਕੁਅਲਸ ਟੂ ਪਾ ਕੇ ਤੁਸੀਂ ਉਹਨੂੰ ਵੈਲਿਊ ਦੇ ਸਕਦੇ ਹੋ। ਇਹ ਸੀ ਤੁਹਾਡਾ ਨੈਸਟਡ ਸਟਰਕਚਰ।